जगमीत सिंह समर्थन देण लई तैयार। जस्टिन ट्रूडो कोल नहीं बहुमत दा आंकड़ा। ट्रूडो दा नहीं आया जवाब कि कैनेडा च बनेगी लिबरल एनडीपी सरकार। करतारपुर साहिब कॉरीडोर के समझौते ते कल भारत ते पाकिस्तान करेगा दस्तखत। $20 अमरीकी फीस वाली शर्त भी भारत ने मन्नी। जेल च कैद गुरमीत राम रहीम की सुरक्षा वधाउण दी मंग। डेरा प्रेमी मोहित ने हाई कोर्ट च पाई पटीशन। क्या हो चुके 3 हमले। डेरा सिरसा ने मोहित दे इल्जाम नकारे। लंडन के एसेक्स च कंटेनर च मिलिया 39 लाशां। ड्राइवर गिरफ्तार। 38 बालक ते एक नाबालग की लाश। इलाके च दहशत। जांच जारी। बीसीसीआई प्रधान बनन ते सौरव गांगुली ने कहा कोहली नूं पूरी सपोर्ट। धोनी दी प्राप्तियां ते भारत नूं मान। भ्रष्टाचार मुक्त बीसीसीआई दा कीता दावा। इंतजार हो रहा है 9 नवंबर का जद लांघा खुलेगा। इस घड़ी नूं हर कोई बेसब्री दे नाल उडीक रहा है। थानूं लैके चलदे आ पाकिस्तान जिथे करतारपुर साहिब लांघे दा काम जोरा शोरा दे नाल चल रहा है। कुछ ताज़ा तस्वीरां सामने आईयां ने, विखाउने आ। करतारपुर साहिब दी धरती। इत्थे काम नूं आखिरी छोहां दित्तियां जा रहीआं ने। गुरु नानक देव जी दे वसाई शहर करतारपुर साहिब दे दर्शन दीदार लई संगतां काफी उत्साहित ने। भारत तो पाकिस्तान आउण वाली संगत दे लई तैयारियां जोरा शोरा नाल चल रहीआं ने। गुरु नानक देव जी दा जन्म ननकाना साहिब विखे होया ते करतारपुर साहिब चों जोती जोत समाए सन। ਇਹ ਦੋਵੇਂ ਮੁੱਖ ਥਾਵਾਂ ਪਾਕਿਸਤਾਨ 'ਚ ਨੇ। ਇਹਨਾਂ ਗੁਰਦੁਆਰਿਆਂ ਦਾ ਦੌਰਾ ਸੰਸਾਰ ਭਰ ਦੇ ਸਿੱਖਾਂ ਦੇ ਲਈ ਇੱਕ ਭਾਵਨਾਤਮਕ ਮਸਲਾ ਹੈ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਨਗਰ ਵਸਾਏ ਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਫਲਸਫਾ ਦਿੱਤਾ ਸੀ। ਆਖਿਰ 'ਚ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਜੋਤੀ ਜੋਤ ਸਮਾਏ ਸਨ। ਹੁਣ ਲਾਂਘਾ ਤਿਆਰ ਹੋ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ। 9 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਲਾਂਘੇ ਦਾ ਉਦਘਾਟਨ ਹੈ। ਇਸ ਲਈ ਕੰਮ ਦੇ ਵਿੱਚ ਤੇਜ਼ੀ ਲਿਆਂਦੀ ਗਈ ਹੈ ਕਿਉਂਕਿ ਹੁਣ ਦਿਨ ਥੋੜੇ ਹੀ ਰਹਿ ਗਏ ਨੇ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ 18 ਸਾਲ ਇੱਥੇ ਬਿਤਾਏ। ਵੰਡ ਤੋਂ ਬਾਅਦ ਇਹ ਗੁਰਦੁਆਰਾ ਸਾਹਿਬ ਪਾਕਿਸਤਾਨ 'ਚ ਚਲਾ ਗਿਆ। ਭਾਰਤੀ ਸਰਹੱਦ ਤੋਂ 4.5 ਕਿਲੋਮੀਟਰ ਦੂਰ ਹੈ ਗੁਰਦੁਆਰਾ ਸਾਹਿਬ। ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ 'ਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਸਹੂਲਤ ਤੇ ਦੂਰਬੀਨਾਂ ਲਗਾਈਆਂ ਗਈਆਂ। ਜਿੱਥੇ ਦੂਰਬੀਨ ਲਗਾਈ ਗਈ ਉਸ ਸਥਾਨ ਨੂੰ ਦਰਸ਼ਨ ਅਸਥਾਨ ਕਿਹਾ ਜਾਂਦਾ ਹੈ। ਇਸ ਸਹੂਲਤ ਦਾ ਪ੍ਰਬੰਧ BSF ਵੱਲੋਂ ਕੀਤਾ ਗਿਆ। ਹੁਣ ਲਾਂਘਾ ਖੁੱਲਣ ਜਾ ਰਿਹਾ ਹੈ। ਹੁਣ ਡੇਰਾ ਬਾਬਾ ਨਾਨਕ 'ਚ ਕੌਮਾਂਤਰੀ ਸਰਹੱਦ ਤੋਂ ਸ਼ਰਧਾਲੂ ਸਿਰਫ 20 ਮਿੰਟ 'ਚ ਕਰਤਾਰਪੁਰ ਸਾਹਿਬ ਪਹੁੰਚ ਸਕਦੇ ਨੇ। ਵੱਡੀ ਖੁਸ਼ੀ ਦਾ ਦਿਨ ਹੈ। ਨਵੰਬਰ ਮਹੀਨੇ ਦੇ ਵਿੱਚ ਲਾਂਘੇ ਦਾ ਉਦਘਾਟਨ ਹੋਵੇਗਾ ਤੇ ਵੰਡ ਤੋਂ ਬਾਅਦ ਇਹ ਪਹਿਲੀ ਵਾਰੀ ਹੋਵੇਗਾ ਜਦੋਂ ਸ਼ਰਧਾਲੂ ਬਿਨਾਂ ਵੀਜ਼ੇ ਤੋਂ ਪਵਿੱਤਰ ਅਸਥਾਨ ਦੇ ਲਾਂਘੇ ਜ਼ਰੀਏ ਦਰਸ਼ਨ ਕਰਨ ਜਾਣਗੇ। ਸੁਲਤਾਨਪੁਰ ਲੋਧੀ 'ਚ ਮੁੱਖ ਸਮਾਗਮ ਨੂੰ ਲੈ ਕੇ ਅਜੇ ਵੀ SGPC ਵਰਸਸ ਕੈਪਟਨ ਸਰਕਾਰ ਵਿਖਾਈ ਦੇ ਰਹੀ ਹੈ। ਕੈਪਟਨ ਸਰਕਾਰ 1 ਨਵੰਬਰ ਤੋਂ 12 ਨਵੰਬਰ ਤੱਕ ਪ੍ਰੋਗਰਾਮ ਕਰਵਾਉਣਾ ਚਾਹੁੰਦੀ ਹੈ, ਜਦਕਿ ਹੁਣ ਅਕਾਲੀ ਦਲ ਕਹਿ ਰਿਹਾ ਹੈ कि सरकार नूं 12 नवंबर सांझे प्रोग्राम करवाने चाहिए ने। अगर सरकार 12 नवंबर नूं अपना वक्त तो प्रोग्राम करवाउंदी है तो श्री अकाल तख्त साहिब दे हुक्म दी उल्लंघना होवेगा। इसलिए जे सरकार हुण भी 12 तरीक नूं वखरा फंक्शन करदी तो फिर क्लीयर कट है कि सरकार जिहड़ी है वो श्री अकाल तख्त साहिब दे फैसले तो भज रही है, ਜਿਹੜਾ ਕਿ ਮੈਂ ਸਮਝਦਾ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਰੁਤਬਾ ਹੈ ਉਹ ਬਹੁਤ ਉੱਚਾ। ਆਪ ਜਦੋਂ ਤੁਸੀਂ ਸਰਕਾਰ ਨੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਫੈਸਲਾ ਕਰੋ ਤੇ ਜਦੋਂ ਹੁਣ ਉਹਨਾਂ ਨੇ 11 ਤਰੀਕ ਤੱਕ ਸਾਰਿਆਂ ਨੂੰ ਖੁੱਲੀ ਛੁੱਟੀ ਦਿੱਤੀ ਕਿ ਜਿਹੜਾ ਵੀ ਆਪਣੀ ਸਟੇਜ ਲਾ ਕੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਪ੍ਰਚਾਰ ਕਰਨਾ ਚਾਹੁੰਦਾ ਕਰੋ, ਔਰ 12 ਤਰੀਕ ਨੂੰ ਗੁਰਪੁਰਬ ਵਾਲੇ ਦਿਨ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਟੇਜ ਦੇ ਉੱਤੇ ਇਕੱਠੇ ਹੋਵੋ
ਤੇ ਮੈਂ ਸਮਝਦਾ ਕਿ ਉਹਨਾਂ ਦਾ ਫੈਸਲਾ ਬਹੁਤ ਹੀ ਅੱਛਾ ਫੈਸਲਾ ਸੀ। ਇਸ ਕਰਕੇ ਮੈਨੂੰ ਨਹੀਂ ਸਮਝ ਆਉਂਦੀ ਕਿ ਹੁਣ 12 ਤਰੀਕ ਦਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਵੱਖਰਾ ਪ੍ਰੋਗਰਾਮ ਰੱਖ ਰਹੀ ਹੈ। ਮੇਰੇ ਖਿਆਲ ਤਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਕਰਨਗੇ ਤਾਂ ਬੜੀ ਮੰਦਭਾਗੀ ਗੱਲ ਹੈ। ਬਿਲਕੁਲ ਜੀ, ਇੱਥੇ ਸਾਡਾ 1 ਤੋਂ ਲੈ ਕੇ 12 ਤਰੀਕ ਤੱਕ ਸਾਰੇ ਸ਼ਡਿਊਲ ਪ੍ਰੋਗਰਾਮ ਆ, ਔਰ ਉਹਦੇ ਵਿੱਚ ਜਿਹੜਾ ਤੁਹਾਨੂੰ ਦੇ ਦਾਂਗੇ ਕਾਰਡ, ਉਹਦੇ ਵਿੱਚ ਕੀ ਹੋਣਾ ਉਹ ਸਾਰਾ ਅਸੀਂ 5 ਤਰੀਕ ਨੂੰ ਜਿਹੜਾ ਅਖੰਡ ਪਾਠ ਸਾਹਿਬ ਗੁਰੂ ਸਾਹਿਬ ਦਾ ਜਿਹੜਾ ਖੁੱਲ੍ਹਾ ਪਾਠ ਸਧਾਰਨ ਪਾਠ ਜਿਹਨੂੰ ਕਹਿੰਦੇ ਉਹ ਆਰੰਭ ਕਰਾਂਗੇ। 12 ਤਰੀਕ ਨੂੰ ਭੋਗ ਪਊਗਾ। ਉਸ ਤੋਂ ਬਾਅਦ ਜਿਹੜਾ ਵਿੱਚ ਸਾਡੇ ਰਾਗੀ ਸਿੰਘ ਜਿਹੜੇ ਹੋਰ ਜਿਹੜੇ ਬੱਚੇ ਵੀ ਕੋਈ ਪ੍ਰੋਗਰਾਮ ਪੇਸ਼ ਕਰਨਗੇ, ਯੂਨੀਵਰਸਿਟੀਆਂ ਦੇ ਪ੍ਰੋਗਰਾਮ ਹੋਣਗੇ, ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਉਹ ਚਾਲੂ ਰਹਿਣਗੇ। ਔਰ ਸੰਗਤ ਦੇ ਬੈਠਣ ਦੀ ਜਿਹੜਾ ਪ੍ਰਬੰਧ ਬੜਾ, ਮੌਸਮ ਬਹੁਤ ਵਧੀਆ ਹੋ ਜਾਣਾ, ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਸਾਰਾ। ਔਰ ਲੰਗਰ ਵੀ ਸਾਹਮਣੇ 1 ਨੰਬਰ ਲੰਗਰ ਲਾਇਆ ਗਿਆ, ਜਿੱਥੇ ਹਜ਼ਾਰਾਂ ਲੋਕ ਬਹਿ ਕੇ ਲੰਗਰ ਛਕ ਸਕਦੇ ਇੱਕ ਜਗ੍ਹਾ ਤੇ। ਉੱਥੇ ਲੰਗਰ ਕਿੱਥੇ ਛਕਾਵਾਂਗੇ ਆਪਾਂ ਕਿਸੇ ਨੂੰ? SGPC ਦੇ ਵਿੱਚ ਤੇ ਅੰਦਰ ਵੀ ਲੰਗਰ ਹਾਲ ਕੋਈ ਅਜੇ ਤਿਆਰ ਨਹੀਂ ਹੋਇਆ। ਔਰ ਕੋਈ ਤਿਆਰੀਆਂ ਤੁਸੀਂ ਦੇਖ ਲਓ, ਪੰਜਾਬ ਸਰਕਾਰ ਨੂੰ ਕਹਿੰਦੇ ਸੀ, ਪੰਜਾਬ ਸਰਕਾਰ ਨੇ ਤੇ 1 ਨੰਬਰ ਤੇ ਆਪਣੀਆਂ ਤਿਆਰੀਆਂ ਕਰਤੀਆਂ। ਹੁਣ ਇਹ ਜਰਾ ਬੇਰ ਸਾਹਿਬ ਗੁਰਦੁਆਰਾ ਮੇਨ ਉਹਦੇ ਅੰਦਰ ਜਾ ਕੇ ਦੇਖੋ ਕਿੰਨੀਆਂ ਕੁ ਤਿਆਰੀਆਂ ਉਹਨਾਂ ਦੀਆਂ ਕੀਤੀਆਂ ਕਰਾਈਆਂ, ਗੱਲਾਂ ਬਾਤਾਂ ਨਾਲ ਨਹੀਂ। ਔਰ ਸਾਰੇ ਹਜੇ ਵੀ ਟਾਈਮ ਹੈਗਾ ਰਲ ਮਿਲ ਕੇ ਜੋ ਅਕਾਲ ਤਖਤ ਸਾਹਿਬ ਨੇ ਫੈਸਲਾ ਕਰਤਾ, ਉਹ ਨਾਨਕ ਨਾਮ ਲੇਵਾ ਸੰਗਤ ਉਹਨੂੰ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਹੀ ਜਿੰਨੇ ਵੀ ਲਾਉਣਾ ਸਟੇਜ ਲਾ ਕੇ ਆਪਣਾ ਜਿਹੜਾ ਉਹਦਾ ਗੁਣਗਾਨ ਕਰੇ। ਗੁਰਮੀਤ ਰਾਮ ਰਹੀਮ ਦੀ ਜਾਨ ਨੂੰ ਖਤਰਾ ਹੈ। ਜੀ ਹਾਂ, ਬਕਾਇਦਾ ਪਟੀਸ਼ਨ ਵੀ ਹਾਈ ਕੋਰਟ ਦੇ ਵਿੱਚ ਪਾ ਦਿੱਤੀ ਗਈ ਹੈ। ਪੂਰੀ ਕਹਾਣੀ ਬ੍ਰੇਕ ਤੋਂ ਬਾਅਦ। ਬਲਾਤਕਾਰੀ ਤੇ ਕਾਤਲ ਗੁਰਮੀਤ ਰਾਮ ਰਹੀਮ ਹਰਿਆਣਾ ਦੀ ਸੁਨਾਰੀਆ ਜੇਲ੍ਹ 'ਚ ਬੰਦ ਹੈ ਤੇ ਉਸ ਦਾ ਇੱਕ ਭਗਤ ਦਾਅਵਾ ਕਰ ਰਿਹਾ ਹੈ ਕਿ ਰਾਮ ਰਹੀਮ ਤੇ 3 ਵਾਰ ਜੇਲ੍ਹ ਦੇ ਅੰਦਰ ਅਟੈਕ ਹੋਇਆ ਹੈ। ਬਕਾਇਦਾ ਉਸਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਹੈ ਤੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਜਾਨ ਨੂੰ ਉਹਨਾਂ ਦਾ ਭਗਤ ਖਤਰਾ ਦੱਸ ਰਿਹਾ ਹੈ। ਇਹ ਹੈ ਮੋਹਿਤ ਗੁਪਤਾ। ਡੇਰਾ ਹਸਪਤਾਲ ਦੇ ਡਾਕਟਰ ਮੋਹਿਤ ਗੁਪਤਾ ਨੇ ਹਾਈ ਕੋਰਟ 'ਚ ਪਟੀਸ਼ਨ ਪਾਈ ਹੈ ਤੇ ਕਿਹਾ ਹੈ ਕਿ ਰਾਮ ਰਹੀਮ ਤੇ ਜੇਲ੍ਹ 'ਚ 3 ਹਮਲੇ ਹੋ ਚੁੱਕੇ ਨੇ। ਪੂਰੀ ਕਹਾਣੀ ਸੁਣੋ ਕਿਵੇਂ ਇਹਨੂੰ ਪਤਾ ਲੱਗਾ ਕਿ ਸੁਨਾਰੀਆ ਜੇਲ੍ਹ 'ਚ ਗੁਰਮੀਤ ਰਾਮ ਰਹੀਮ ਤੇ अटैक होया। मतलब सुनारिया जेल में जब हम उनसे मिलने गए भी उनके श्रद्धालु होने के नाते, तो हमें वहाँ जब हम मिले तो वहाँ जब हम वेटिंग में बैठे थे तो सुनारिया जेल के जो जेलर हैं सुनील सागवान, उनके ड्राइवर के पिता जो थे उनसे हमारी बातचीत हुई, उनसे हमारी मुलाकात हुई वेटिंग जहाँ जेल के बिल्कुल सामने टी स्टॉल है। उन्होंने ये बताया कि उनके ऊपर बहुत से हमले हुए हैं, बहुत सी साजिशें उनके खिलाफ रची जा रही हैं अंदर, और कई बार हमले हो चुके हैं। 3 बार तो उन्होंने बताया 3 बार हो चुके हैं। और ये बातचीत हमारी फरवरी 2019 की है, तब उन्होंने बताया कि 3 बार हमले हो चुके हैं। ਇਸ ਦੀ ਮੰਨੀਏ ਤਾਂ ਇਹਨਾਂ ਨੇ ਕਈ ਦਰਵਾਜ਼ੇ ਖੜਕਾਏ ਪਰ ਕਿਸੇ ਨੇ ਵੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸੇ ਲਈ ਹਾਈ ਕੋਰਟ ਦਾ ਰੁਖ करना ਪਿਆ। ने ये सारी जानकारी जेल प्रशासन को दी, ये सारी जानकारी उन्होंने उसके ऊपर संज्ञान नहीं लिया, हमें कोई जवाब नहीं दिया। उसके बाद हमने ये जानकारी DGP प्रिजन्स को दी, तो DGP प्रिजन्स ने भी कोई जवाब नहीं दिया। फिर हमने ये जानकारी ट्रायल कोर्ट को भी दी, जो कंसर्न कोर्ट है, तो उन्होंने हमें दोबारा जेल प्रशासन के पास भेजा। तो हमने उनको रिटर्न में उनसे RTI के जरिए डाटा मांगना चाहा कि क्या कुछ हुआ है, हर तरह का डाटा उनसे RTI में मांगा। RTI में उन्होंने जवाब नहीं दिया किसी भी तरह का। तो उसके बाद हम दोबारा कोर्ट गए तो कोर्ट ने बोला भी ये आप हाई कोर्ट जाइए, हम जुरिडिक्शन में नहीं है। तो फिर हम दोबारा जेल अथॉरिटी से जब हमने रिप्लाई मांगा तो जेल अथॉरिटीज़ ने भी हमें मना कर दिया। उन्होंने भी हमें बोला भी आप कोर्ट जाओ, हम कोर्ट में जवाब देंगे, हम आपको जवाब देने के लिए बाउंड नहीं है। तो हम फिलहाल अब हम कोर्ट में। ਇਹਨਾਂ ਨੂੰ ਖਦਸ਼ਾ ਹੈ ਕਿ ਡੇਰਾ ਮੁਖੀ ਖਿਲਾਫ ਕੋਈ ਵੱਡੀ ਸਾਜ਼ਿਸ਼ ਹੋ ਰਹੀ ਹੈ। ये नाभा जेल में डेरा श्रद्धालु की जिस तरह से हत्या हुई है और बाद में उन्हें निर्दोष कह दिया गया, तो ये सारी चीज़ें संकेत दे रही हैं अभी उनके साथ साजिश रची जा रही है जेल के अंदर भी। और इसी चीज़ को लेकर हम कोर्ट में गए हैं भी, कोर्ट उनकी सुरक्षा सुनिश्चित करे और वो अपना जो कहना चाहते हैं वो कोर्ट में आकर कहें। आप उन्हें कोर्ट में बुला के एक बार उनसे पूछ लें उनकी सुरक्षा वहाँ सही है, कोई परेशानी तो नहीं है, किस तरह से अधिकारी उनसे डील कर रहे हैं, सब कुछ वो कोर्ट में बुला के पूछें।
ਅਜਿਹੀਆਂ ਦਲੀਲਾਂ ਦੇ ਨਾਲ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਹੈ। ਪਟੀਸ਼ਨਕਰਤਾ ਨੇ ਇਸ ਤੇ ਜਲਦ ਸੁਣਵਾਈ ਦੀ ਮੰਗ ਕੀਤੀ ਹੈ ਤੇ ਸੁਰੱਖਿਆ ਮੰਗੀ ਹੈ ਗੁਰਮੀਤ ਰਾਮ ਰਹੀਮ ਦੇ ਲਈ। में जो कन्विक्ट रह रहा है वो अमानत है अदालत की, अदालत ने उसे रखा है। एक अदालत ने सजा की है, ऊपरी अदालत उसकी सजा पर सुनवाई कर रही है कि निचली अदालत का फैसला ठीक रहा या नहीं रहा, उस पर फैसला कर रही है। उससे ऊपर अदालत जाने का अधिकार है। जस्टिस एसेस फॉर ऑल, न्याय सबके लिए होना चाहिए। तो जब न्याय सबके लिए हमारा संविधान कहता है, कॉन्स्टिट्यूशन ऑफ इंडिया कहती है और देश का सर्वोच्च न्यायालय सुप्रीम कोर्ट कहती है, तो डेरा सच्चा सौदा प्रमुख कोई आतंकवादी नहीं है और आतंकवादियों को भी सुरक्षित रखा जाता है, आतंकवादियों की भी सुरक्षा की जाती है। तो डेरा सच्चा सौदा प्रमुख को वहां पूर्ण रूप से सुरक्षा दी जाए जिससे उनका आगे दोबारा फिर कभी फिजिकली और मेंटली हरासमेंट ना हो सके। इस बात की आशय की पिटीशन हमने माननीय उच्च न्यायालय में डाली। उधर डेरा सिरसा ने मोहित गुप्ता ਦੇ ਬਿਆਨਾਂ ਨੂੰ ਬੇਬੁਨਿਆਦ ਦੱਸਿਆ ਹੈ ਤੇ ਕਿਹਾ ਹੈ ਕਿ ਉਹ ਸਭ ਪਪੂਲੈਰਿਟੀ ਦੇ ਲਈ ਕਰ ਰਿਹਾ ਹੈ ਤੇ ਡੇਰਾ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਸੇ ਝਾਂਸੇ ਦੇ ਵਿੱਚ ਨਾ ਆਉਣ। एक ब्रेक ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ BCCI ਦੀ ਕਮਾਨ ਸੰਭਾਲਣ ਤੋਂ ਬਾਅਦ ਕੀ ਬੋਲੇ ਸੌਰਵ ਗਾਂਗੁਲੀ। ਬ੍ਰੇਕ ਤੋਂ ਬਾਅਦ ਇੰਡੀਅਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਹੁਣ BCCI ਦੇ ਬੌਸ ਨੇ। ਕਈ ਚੁਣੌਤੀਆਂ ਨੇ ਉਹਨਾਂ ਦੇ ਸਾਹਮਣੇ, ਪਰ ਇਹਨਾਂ ਚੁਣੌਤੀਆਂ ਦੇ ਨਾਲ ਉਹਨਾਂ ਨੇ ਨਵੀਂ ਜ਼ਿੰਮੇਵਾਰੀ ਸੰਭਾਲ ਲਈ ਹੈ। ਸਾਬਕਾ ਭਾਰਤੀ ਕ੍ਰਿਕਟਰ ਤੇ ਕਪਤਾਨ ਸੌਰਵ ਗਾਂਗੁਲੀ ਨੇ ਅੱਜ BCCI ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭ ਲਿਆ। ਦਾਦਾ ਦੇ ਨਾਂ ਨਾਲ ਮਸ਼ਹੂਰ ਸੌਰਵ ਗਾਂਗੁਲੀ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ BCCI ਦੇ 39ਵੇਂ ਪ੍ਰਧਾਨ ਚੁਣੇ ਗਏ ਨੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਅਧਿਕਾਰੀਆਂ ਦੀ ਕਮੇਟੀ COA ਦਾ 33 ਮਹੀਨਿਆਂ ਦਾ ਕਾਰਜਕਾਲ ਖਤਮ ਹੋ ਗਿਆ। ਸੌਰਵ ਗਾਂਗੁਲੀ ਦੇ ਨਾਂ ਤੇ ਮੋਰ ਤਾਂ ਨੋਮੀਨੇਸ਼ਨਸ ਵਾਲੇ ਦਿਨ ਹੀ ਲੱਗ ਗਈ ਸੀ, ਪਰ ਅੱਜ ਉਹ ਅਧਿਕਾਰਤ ਤੌਰ ਤੇ ਆਪਣੇ ਅਹੁਦੇ ਤੇ ਬਿਰਾਜਮਾਨ ਹੋ ਗਏ। ਸੌਰਵ ਗਾਂਗੁਲੀ ਨੇ ਅੱਜ ਦੇ ਇਸ ਖਾਸ ਮੌਕੇ ਤੇ ਪਹਿਨਿਆ ਸੀ ਉਹ ਬਲੇਜ਼ਰ ਜੋ ਉਹਨਾਂ ਭਾਰਤੀ ਟੀਮ ਦੀ ਕਪਤਾਨੀ ਸਾਂਭਣ ਵੇਲੇ ਪਾਇਆ ਸੀ। I got it when I was captain of India, so I decided I would wear it, but I did not realize that it is so loose. But I got this when I was captain, so I decided to wear it today. Yes, which is a good thing actually. Chair where some stalwarts have sat, and it was the same thing when I was captain. When I was given the captain's India blazer, there were some great names who led the country during that period before me, and it's the same thing here. So I have a role to do, and I will do to the best of my ability. ਸੌਰਵ ਗਾਂਗੁਲੀ ਜਿੱਥੇ BCCI ਦੇ ਪ੍ਰਧਾਨ ਚੁਣੇ ਗਏ, ਉੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੂੰ ਬਣਾਇਆ ਸਕੱਤਰ। ਉੱਤਰਾਖੰਡ ਦੇ ਮਹਿਮ ਵਰਮਾ ਬਣੇ ਉਪ ਪ੍ਰਧਾਨ। BCCI ਦੇ ਸਾਬਕਾ ਪ੍ਰਧਾਨ ਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਭਰਾ ਅਰੁਣ ਧੂਮਲ ਬਣੇ ਖਜ਼ਾਨਚੀ। ਕੇਰਲ ਦੇ ਜੇਸ਼ ਜਾਰਜ ਨੂੰ ਚੁਣਿਆ ਗਿਆ ਜੁਆਇੰਟ ਸੈਕਟਰੀ। ਸੌਰਵ ਗਾਂਗੁਲੀ ਨੇ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲਦਿਆਂ ਆਪਣੀ ਟੀਮ ਦੀ ਸ਼ਲਾਘਾ ਵੀ ਕੀਤੀ ਹੈ ਤੇ ਉਹ BCCI 'ਚ ਕੁਝ ਚੰਗਾ ਕਰਨ ਲਈ ਆਸਵੰਦ ਨੇ। Very young group with Jay as joint secretary, Arun as treasurer, Jayesh as the joint secretary, and Jay Shah the secretary. So it's a very young team. So we will have to do a lot of hard work to understand every matter. ਜਿਸ ਦਿਨ ਇਹ ਤੈਅ ਹੋਇਆ ਸੀ ਕਿ ਸੌਰਵ ਗਾਂਗੁਲੀ BCCI ਦੇ ਨਵੇਂ ਪ੍ਰਧਾਨ ਹੋਣਗੇ, ਉਸ ਤੋਂ ਬਾਅਦ ਇੱਕ ਇੰਟਰਵਿਊ ਦੌਰਾਨ ਗਾਂਗੁਲੀ ਨੇ ਮੰਨਿਆ ਸੀ ਕਿ ਉਹ ਉਸ ਵੇਲੇ BCCI ਦੀ ਕਮਾਨ ਸਾਂਭਣ ਜਾ ਰਹੇ ਨੇ ਜਦੋਂ ਇਸ ਦੀ ਛਵੀ ਖਰਾਬ ਹੈ। ਤੇ ਅੱਜ ਅਹੁਦਾ ਸਾਂਭਣ ਤੇ ਸੌਰਵ ਗਾਂਗੁਲੀ ਨੇ ਸਪਸ਼ਟ ਕਰ ਦਿੱਤਾ ਕਿ ਉਹ BCCI 'ਚ ਕਿਸ ਤਰ੍ਹਾਂ ਦੀ ਬਦਲਾਅ ਲਿਆਉਣਗੇ। पहले तो मैं ये कहूँगा कि it's an honor that I've been asked to take this role by the members when it's a new start for the BCCI. Coincidentally, fortunately or unfortunately, even when I became captain, it was a similar sort of a situation when I captained India for 6 years. And this is a similar sort of situation where things need to be brought back in place, reforms need to be done. There's huge amounts of money to be paid to state associations, so it's a completely new start. So from that point of view, I find myself very fortunate to be in a position where I can make a change, and then it's a challenge. I'll do it the way I know. I'll do it the way which I feel is best for BCCI.
with no compromise on credibility, corruption free, and same for all BCCI. That's the way I led India, and that's the way I will take forward this organization with whatever time I have. ਗਾਂਗੁਲੀ ਨੇ ਆਪਣੀ ਨਵੀਂ ਟੀਮ ਦਾ ਜ਼ਿਕਰ ਕਰਦੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਹਰ ਉਹ ਕਦਮ ਚੁੱਕਣਗੇ ਜੋ BCCI ਦੀ ਬਿਹਤਰੀ ਲਈ ਹੋਵੇਗਾ। We don't know what's happened in the last 3 years because we were not a part of it. There were no AGMs, there were no working committee meetings, there were no committee meetings. So we have no idea how it has happened last year. So we'll take note of everything and then do what is best for the BCCI and Indian cricket. You know, we all must understand that we are here to work for Indian cricket because that's what it is the job of BCCI. The game on the field, international cricket, domestic cricket, IPL cricket, and we will do that to the best of our abilities. ਸੌਰਵ ਗਾਂਗੁਲੀ ਦਾ ਕਾਰਜਕਾਲ ਜੁਲਾਈ 2020 ਤੱਕ ਹੋਵੇਗਾ ਕਿਉਂਕਿ ਨਵੇਂ ਨਿਯਮਾਂ ਤਹਿਤ ਕੋਈ ਵੀ ਮੈਂਬਰ 6 ਸਾਲ ਤੱਕ ਹੀ ਲਗਾਤਾਰ ਬੋਰਡ ਦੇ ਕਿਸੇ ਅਹੁਦੇ ਤੇ ਰਹਿ ਸਕਦਾ ਹੈ ਤੇ ਗਾਂਗੁਲੀ 5 ਸਾਲ 2 ਮਹੀਨਿਆਂ ਤੋਂ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਨੇ। ਇਸ ਲਈ ਉਹਨਾਂ ਦਾ ਕਾਰਜਕਾਲ BCCI ਮੁਖੀ ਦੇ ਤੌਰ ਤੇ ਸਿਰਫ 10 ਮਹੀਨੇ ਰਹੇਗਾ। ਇਸੇ ਦੇ ਨਾਲ ਨਿਊਜ਼ ਰੂਮ ਲਾਈਵ ਚਾਰਜ ਤੇ ਲਈ ਇੰਨਾ ਹੀ। ਦੇਸ਼ ਦੁਨੀਆ ਦੀਆਂ तमाम ਖਬਰਾਂ ਲਈ ਦੇਖਦੇ ਰਹੋ ABP ਸਾਂਝਾ।